ਅੱਜ ਤੁਹਾਨੂੰ ਇੱਕ ਅਜੀਬ ਦਾਸਤਾਨ ਸੁਣਾਉਂਦੇ ਹਾਂ। ਇਹ ਦਾਸਤਾਨ ਹੈ ਪੱਤਰਕਾਰੀ ਦੇ ਇੱਕ ਇਸ ਤਰ੍ਹਾਂ ਦੇ ਪੱਖ ਦੀ ਜੋ ਬਹੁਤ ਸਮੇਂ ਤੋਂ ਅਣਗੌਲਿਆ ਰਿਹਾ ਜਾਂ ਕਹਿ ਦਈਏ ਬਹੁਤ ਘੱਟ ਪ੍ਰੈਕਟਿਸ ਕੀਤਾ ਜਾਂਦਾ ਰਿਹਾ। ਮੈਂ ਗੱਲ ਕਰ ਰਹੀ ਹਾਂ ਡਿਵੈਲਪਮੈਂਟ ਜਰਨਲਿਜ਼ਮ ਦੀ। ਇਹ ਪੱਤਰਕਾਰੀ ਦਾ ਉਹ ਪੱਖ ਹੈ ਜਿਸ ਦਾ ਤਾਲੁਕ ਸੋਸ਼ਲ, ਕਲਚਰਲ ਤੇ ਪੋਲੀਟੀਕਲ ਫੈਕਟਰਸ ਨਾਲ ਹੀ ਨਹੀਂ ਹੈ, ਬਲਕਿ ਡਿਵੈਲਪਮੈਂਟ ਜਰਨਲਿਜ਼ਮ ਦਾ ਸੰਬੰਧ ਜੋ ਹੈ ਉਹ ਸਮੂਹ ਇਨਸਾਨੀਅਤ ਦੇ ਨਾਲ ਹੈ, ਪੂਰੀ ਹਿਊਮੈਨਿਟੀ ਦੇ ਨਾਲ ਹੈ। ਇਹ ਤੁਹਾਡੀ, ਮੇਰੀ, ਆਪਾਂ ਸਭਨਾਂ ਦੀ ਗੱਲ ਹੈ। ਇਸ ਤੋਂ ਪਹਿਲਾਂ ਕਿ ਅਸੀਂ ਤੁਹਾਨੂੰ ਕੁਝ ਦਿਖਾਈਏ, ਤੁਹਾਡੇ ਨਾਲ ਇੱਕ ਨਿੱਕੀ ਜਿਹੀ ਕਹਾਣੀ ਸਾਂਝਾ ਕਰਦੇ ਹਾਂ। ਤੁਹਾਡੇ ਜੋ ਬਹੁਤ ਸਾਰੇ ਲੋਕਾਂ ਨੇ ਇਹ ਕਹਾਣੀ ਸੁਣੀ ਵੀ ਹੋਏਗੀ। ਇੱਕ 60 ਸਾਲ ਦਾ ਵਿਅਕਤੀ ਇੱਕ ਦਿਨ ਉਦਾਸ ਬੈਠਾ ਦਰਖਤ ਥੱਲੇ ਆਪਣੀ ਜੀਵਨ ਦੀ ਅਸਫਲਤਾ ਦੀ ਕਹਾਣੀ ਲਿਖ ਰਿਹਾ ਸੀ। ਉਸ ਨੂੰ ਯਾਦ ਆਉਂਦਾ ਹੈ ਕਿ 17 ਵਰ੍ਹਿਆਂ ਦੀ ਉਮਰ ਦੇ ਵਿੱਚ 4 ਵਾਰ ਉਸ ਨੂੰ ਨੌਕਰੀ ਤੋਂ ਕੱਢ ਦਿੱਤਾ ਗਿਆ ਸੀ। 18 ਵਰ੍ਹਿਆਂ ਦੀ ਉਮਰ ਦੇ ਵਿੱਚ ਉਹ ਵਿਆਹ ਕਰਵਾ ਲੈਂਦਾ ਹੈ ਔਰ 20 ਵਰ੍ਹਿਆਂ ਦੀ ਉਮਰ ਦੇ ਵਿੱਚ ਉਸ ਦੇ ਘਰ ਇੱਕ ਨੰਨੀ ਜੀ ਪਰੀ ਜਨਮ ਲੈਂਦੀ ਹੈ। ਹਲੇ ਬੇਟੀ ਦੇ ਜਨਮ ਨੂੰ 1 ਸਾਲ ਹੀ ਹੋਇਆ ਸੀ ਕਿ ਉਸ ਦੀ ਪਤਨੀ ਉਸ ਨੂੰ ਛੱਡ ਕੇ ਚਲੇ ਜਾਂਦੀ ਹੈ ਔਰ ਬੇਟੀ ਨੂੰ ਨਾਲ ਲੈ ਕੇ ਚਲੀ ਜਾਂਦੀ ਹੈ। ਬਹੁਤ ਜ਼ਿਆਦਾ ਡਿਪਰੈਸ਼ਨ ਵਿੱਚ ਆ ਕੇ ਕਾਫੀ ਮਰਤਬਾ ਸੁਸਾਈਡ ਕਰਨ ਦੀ ਕੋਸ਼ਿਸ਼ ਕਰਦਾ ਹੈ, ਇੱਥੇ ਵੀ ਅਸਫਲ ਰਹਿੰਦਾ ਹੈ। ਫਿਰ ਜੀਵਨ ਨਿਰਵਾਹ ਵਾਸਤੇ ਕਦੇ ਇੰਸ਼ੋਰੈਂਸ ਕੰਪਨੀ ਦੇ ਵਿੱਚ ਨੌਕਰੀ ਕਰਦਾ ਹੈ, ਕਦੇ ਆਰਮੀ ਦੇ ਵਿੱਚ ਉਸ ਨੂੰ ਕੱਢ ਦਿੱਤਾ ਜਾਂਦਾ ਹੈ, ਕਦੇ ਸੋਚਦਾ ਹੈ ਕਿ ਲਾਅ ਹੀ ਕਿਉਂ ਨਾ ਕਰ ਲਿਆ ਜਾਵੇ, ਪਰ ਕਾਲਜ ਵੱਲੋਂ ਉਸ ਨੂੰ ਦਾਖਲਾ ਨਹੀਂ ਦਿੱਤਾ ਜਾਂਦਾ। ਕਦੇ ਬੱਸ ਕੰਡਕਟਰ ਦੇ ਤੌਰ ਤੇ ਆਪਣੀ ਰੋਜ਼ੀ ਰੋਟੀ ਤੋਰਨ ਦੇ ਲਈ ਕੰਡਕਟਰੀ ਕਰਦਾ ਹੈ, ਪਰ ਉੱਥੇ ਵੀ ਉਸ ਦਾ ਉਹੀ ਹਾਲ, ਸਿਰਫ ਅਸਫਲਤਾ ਤੇ ਅਸਫਲਤਾ। ਯਾਨੀ ਕਿ ਜ਼ਿੰਦਗੀ ਕਦਮ ਦਰ ਕਦਮ ਉਸ ਨੂੰ ਠੋਕਰਾਂ ਹੀ ਦੇ ਰਹੀ ਸੀ। ਠੀਕ ਠਾਕ ਜਿਹੀ ਕੁੱਕ ਦੀ ਨੌਕਰੀ ਉਸ ਨੂੰ ਮਿਲ ਜਾਂਦੀ ਹੈ ਔਰ ਉਹ ਇੱਕ ਬਾਵਰਚੀ ਦੇ ਤੌਰ ਤੇ ਆਪਣਾ ਰੋਟੀ ਪਾਣੀ ਦਾ ਖਰਚਾ ਚਲਾਉਣ ਦੇ ਲਈ ਉੱਥੇ ਕੰਮ ਕਰਨ ਲੱਗਦਾ ਹੈ। ਫਿਰ ਉਸ ਦੀ ਉਮਰ ਜ਼ਿਆਦਾ ਹੋ ਜਾਂਦੀ ਹੈ ਤੇ ਰਿਟਾਇਰਮੈਂਟ ਵਾਸਤੇ ਗੌਰਮੈਂਟ ਵੱਲੋਂ ਉਸ ਨੂੰ $105 ਦਿੱਤੇ ਜਾਂਦੇ ਨੇ। $105 ਦੇ ਨਾਲ ਉਹ ਨਿੱਕਾ ਜਿਹਾ ਬਿਜ਼ਨਸ ਸ਼ੁਰੂ ਕਰ ਲੈਂਦਾ ਹੈ। ਪਰ ਕਿਸਮਤ ਦੇਖੋ, ਹਾਈਵੇ ਤੇ ਗੌਰਮੈਂਟ ਵੱਲੋਂ ਜ਼ਮੀਨ ਐਕਵਾਇਰ ਕਰ ਲਈ ਜਾਂਦੀ ਹੈ ਤੇ ਉਹਦਾ ਨਿੱਕਾ ਜਿਹਾ ਬਿਜ਼ਨਸ ਵੀ ਬੰਦ ਹੋ ਜਾਂਦਾ ਹੈ। ਔਰ ਹੁਣ ਹਾਲਾਤ ਇਸ ਕਿਸਮ ਦੇ ਹੁੰਦੇ ਆ ਕਿ $105 ਵੀ ਖਤਮ ਹੋ ਜਾਂਦੇ ਨੇ ਤੇ ਹੁਣ ਉਹ ਸੋਚਦਾ ਹੈ ਕੀ ਕਰੀਏ, ਤੇ ਉਹ ਆਪਣੇ ਕੁਕਿੰਗ ਦੇ ਸੈਂਪਲਸ ਹੋਟਲਸ ਦੇ ਵਿੱਚ ਲੈ ਕੇ ਜਾਣ ਲੱਗਦਾ ਹੈ। ਇੱਥੇ ਹੀ ਇਹ ਕਹਾਣੀ ਖਤਮ ਨਹੀਂ ਹੁੰਦੀ। 109 ਵਾਰ ਉਸ ਨੂੰ ਫੇਲ ਕਰਾਰ ਦਿੱਤਾ ਜਾਂਦਾ ਹੈ, ਉਸ ਨੂੰ ਰਿਜੈਕਟ ਕਰ ਦਿੱਤਾ ਜਾਂਦਾ ਹੈ। 110ਵੀਂ ਵਾਰ ਉਸ ਦਾ ਸੈਂਪਲ ਕਿਸੇ ਨੂੰ ਪਸੰਦ ਆਉਂਦਾ ਹੈ ਔਰ ਅੱਜ ਦੁਨੀਆ ਦੇ 120 ਦੇਸ਼ਾਂ ਦੇ ਵਿੱਚ ਇਹ ਸਭ ਤੋਂ ਵੱਡੀ ਫੂਡ ਚੇਨ, ਜੀ ਹਾਂ ਤੁਸੀਂ ਸਹੀ ਸਮਝੇ, ਮੈਂ KFC ਦੀ ਗੱਲ ਕਰ ਰਹੀ ਹਾਂ। ਇਸ ਇਨਸਾਨ ਦਾ ਨਾਮ ਹੈ ਕਰਨਲ ਸੈਂਡਰਸ। ਤੁਹਾਡੇ ਵਿੱਚੋਂ ਬਹੁਤ ਸਾਰੇ ਲੋਕਾਂ ਨੇ ਇਹ ਸਟੋਰੀ ਸੁਣੀ ਹੋਏਗੀ। ਕਿਹਾ ਜਾਂਦਾ ਹੈ ਜੈਕ ਆਫ ਆਲ ਇਜ਼ ਮਾਸਟਰ ਆਫ ਨਨ, ਯਾਨੀ ਕਿ ਤੁਹਾਡੇ ਵਿੱਚ ਕਿੰਨੀਆਂ ਵੀ ਕਲਾਵਾਂ ਹੋਣ ਪਰ ਕਿਸੇ ਇੱਕ ਕਲਾ ਦੇ ਵਿੱਚ ਨਿਪੁੰਨਤਾ ਹੋਣੀ ਜ਼ਰੂਰੀ ਹੈ। ਇਹ ਸਟੋਰੀ ਸਿਰਫ ਟਾਟਾ, ਬਿਰਲਾ ਜਾਂ KFC ਦੀ ਨਹੀਂ ਹੈ। ਇਸ ਤਰ੍ਹਾਂ ਦੀਆਂ ਬਹੁਤ ਸਾਰੀਆਂ ਸਟੋਰੀ ਸਾਡੇ ਆਸ-ਪਾਸ ਹੀ ਨੇ। ਹਾਈਵੇ ਤੇ ਸਥਿਤ ਹੈ ਇੱਕ ਨਿੱਕੀ ਜਿਹੀ ਦੁਕਾਨ ਬਿਰਜੂ ਬਰਫੀ ਵਾਲੇ ਦੀ। ਇਹ ਦੁਕਾਨ ਵਿੱਚ ਇੰਨਾ ਖਾਸ ਕੀ ਹੈ, ਤੁਸੀਂ ਆਪ ਹੀ ਦੇਖ ਲਓ ਜਨਾਬ। ਵੈਸੇ ਤਾਂ ਹਾਈਵੇ ਦੇ ਉੱਤੇ ਇਹ ਦੁਕਾਨ ਸਥਿਤ ਹੈ ਔਰ ਲੋਕ ਜਿਹੜੇ ਆਪੋਜ਼ਿਟ ਸਾਈਡ ਤੋਂ ਗੁਜ਼ਰਦੇ ਨੇ ਤਾਂ ਹਾਈਵੇ ਕ੍ਰਾਸ ਕਰਕੇ, ਜੰਪ ਕਰਕੇ ਇੱਥੇ ਇਸ ਦੁਕਾਨ ਤੇ ਆਉਂਦੇ ਆ ਔਰ ਬਰਫੀ ਦਾ ਲੁਤਫ ਲੈਂਦੇ ਨੇ। ਕਿੰਨੇ ਹੀ ਡੱਬੇ ਇਕੱਠਿਆਂ ਇੱਥੋਂ ਬਰਫੀ ਦੇ ਲੈ ਕੇ ਜਾਏ ਜਾਂਦੇ ਨੇ। ਇਹ ਦੁਕਾਨ 1952 ਦੇ ਵਿੱਚ ਸਥਾਪਿਤ ਕੀਤੀ ਗਈ ਸੀ ਤੇ ਉਦੋਂ ਤੋਂ ਲੈ ਕੇ ਹੁਣ ਤੱਕ ਇਹਨਾਂ ਦਾ ਬਿਜ਼ਨਸ ਕਾਫੀ ਵਧੀਆ ਚੱਲ ਰਿਹਾ ਹੈ ਔਰ ਲੱਖਾਂ ਰੁਪਏ ਮਹੀਨੇ ਦੀ ਟਰਨਓਵਰ ਹੈ। ਕਮਾਲ ਦੀ ਗੱਲ ਇਹ ਹੈ ਕਿ ਬਰਫੀ ਦੇ ਵਿੱਚ ਇੰਨਾ ਖਾਸ ਕੀ ਹੈ ਜੋ ਬਰਫੀ 12 ਮਹੀਨੇ 30 ਦਿਨ ਵਿਕਦੀ ਹੈ।
ਹਾਂਜੀ ਸਰ, ਮੈਂ ਨਾ ਕਾफ़ੀ ਚਿਰ ਤੋਂ ਪੁਰਾਣਾ ਹੀ ਇੱਥੇ ਆ ਰਿਹਾ, ਘੱਟੋ 10-12 ਸਾਲ ਤੋਂ ਲਗਾਤਾਰ। ਅਸੀਂ ਵੀ ਜਦੋਂ ਵਾਪਸੀ ਕਦੇ ਚੰਡੀਗੜ੍ਹ ਤੋਂ ਜਾਂ ਜਲੰਧਰ ਤੋਂ, ਉੱਥੋਂ ਖੰਨੇ ਤੋਂ ਵਾਪਸੀ ਆਉਂਦੇ ਹੁੰਦੇ, ਇੱਥੋਂ ਆਪਣੇ ਘਰ ਵਾਸਤੇ, ਆਪਣੇ ਯਾਰਾਂ ਦੋਸਤਾਂ ਵਾਸਤੇ ਬਰਫੀ ਦੇ ਡੱਬੇ ਸਪੈਸ਼ਲ ਲੈ ਕੇ ਜਾਂਦੇ। ਇਹਨਾਂ ਦੀ ਬਹੁਤ ਹੀ ਵਧੀਆ ਬਰਫੀ ਹੁੰਦੀ ਆ, ਆਮ ਬਾਜ਼ਾਰ ਨਾਲੋਂ ਵਧੀਆ। ਅਤੇ ਇਹਨਾਂ ਦੀ ਦੁਕਾਨ ਕਾफ़ੀ 1992 ਤੋਂ ਚੱਲਦੀ ਪਈ ਹੈ ਜੀ। ਠੀਕ ਹੈ ਜੀ। ਬਾਕੀ ਜੋ ਵੀ ਇਹਨਾਂ ਦੇ ਸਮਾਨ ਵਰਤਦੇ ਬਿਲਕੁਲ ਫਰੈਸ਼ ਹੁੰਦਾ, ਵਧੀਆ ਹੁੰਦਾ ਵਾ। ਅਤੇ ਅਸੀਂ ਇੱਥੋਂ ਜਾਂਦੇ ਹਾਂ, ਹਰ ਟਾਈਮ ਰੋਕ ਕੇ ਜਾਂਦੇ ਹਾਂ। ਜੀ हाँ, इस दुकान की खासियत ये है कि सामने ही 3 भट्ठियां लगियां ने और 3 भट्ठियां दे विच दुੱਧ ਕੱਢ ਰਿਹਾ है। ਜਦੋਂ ਹੀ ਉਹ ਖੋਏ ਦਾ ਰੂਪ ਇਖਤਿਆਰ ਕਰ ਲੈਂਦਾ ਹੈ, ਸਿੰਪਲੀ ਉਹਦੇ ਵਿੱਚ ਮਿੱਠਾ ਐਡ ਕਰ ਦਿੱਤਾ ਜਾਂਦਾ ਹੈ। और ਗਾਹਕ ਜਿਹੜੇ ਨੇ ਉਹ ਲਾਈਨ ਲਗਾ ਕੇ ਵੇਟ ਕਰਦੇ ਨੇ। ਕਈ ਵਾਰੀ ਤਾਂ ਰਸ਼ ਇੰਨਾ ਜ਼ਿਆਦਾ ਹੋ ਜਾਂਦਾ ਹੈ ਕਿ ਗਰਮ ਬਰਫੀ ਜੋ ਹੈ ਉਹ ਡੱਬਿਆਂ ਦੇ ਵਿੱਚ ਇਸੇ ਤਰ੍ਹਾਂ ਤੋਲ ਕੇ ਦੇ ਦਿੱਤੀ ਜਾਂਦੀ ਹੈ ਔਰ ਲੋਕ ਆਪਣੇ ਹਿਸਾਬ ਦੇ ਨਾਲ ਘਰ ਜਾ ਕੇ ਉਸ ਨੂੰ ਕੱਟ ਕਰ ਲੈਂਦੇ ਨੇ। ਸੋ ਬਿਰਜੂ ਬਰਫੀ ਵਾਲੇ ਦੀ ਖਾਸੀਅਤ ਕੀ ਹੈ, ਆਓ ਤੁਹਾਨੂੰ ਇਹ ਵੀ ਦਿਖਾ ਰਹੇ ਹਾਂ। ਬਰਫੀ ਜਦੋਂ ਜਿਹੜੀ ਬਣਾਉਂਦੇ ਬਹੁਤ ਵਧੀਆ ਬਣਾਉਂਦੇ ਆ, ਟੇਸਟੀ ਹੁੰਦੀ ਆ। ਅਤੇ ਜਿੱਦਾਂ ਅਸੀਂ ਬਾਹਰ ਭੇਜਦੇ ਹਾਂ, ਸਾਡੇ ਬਾਹਰ ਗਏ ਆ ਬੰਦੇ, ਉਹਨਾਂ ਨੂੰ ਵੀ ਅਸੀਂ ਇੱਥੋਂ ਲਿਜਾ ਕੇ ਭੇਜੀ ਦੀ ਆ। ਦੋਸਤੋ, ਸਾਡਾ ਮਕਸਦ ਇਹ ਬਿਲਕੁਲ ਵੀ ਨਹੀਂ ਹੈ ਕਿ ਤੁਸੀਂ ਸਾਰੇ ਕੰਮ ਛੱਡ ਕੇ ਬਰਫੀ ਬਣਾਉਣ ਲੱਗ ਜਾਓ, ਪਰ ਪੱਤਰਕਾਰੀ ਦੇ ਜਿਸ ਪੱਖ ਦੀ ਯਾਨੀ ਕਿ ਡਿਵੈਲਪਮੈਂਟ ਜਰਨਲਿਜ਼ਮ ਦੀ ਮੈਂ ਗੱਲ ਕੀਤੀ ਹੈ, ਉਸ ਦਾ ਮੇਨ ਮਕਸਦ ਇਹੀ ਹੈ ਕਿ ਪੱਤਰਕਾਰੀ ਦੇ ਹਵਾਲੇ ਦੇ ਨਾਲ ਸਮਾਜ ਦੇ ਵਿੱਚ ਇੱਕ ਇਸ ਤਰ੍ਹਾਂ ਦੀ ਵੱਖਰੀ ਲੀਕ ਖਿੱਚੀ ਜਾਵੇ, ਕਿਉਂਕਿ ਤੰਗੀਆਂ ਤਰੁਸ਼ਟੀਆਂ ਦੇ ਦੌਰ ਦੇ ਵਿੱਚ ਜਦੋਂ ਅਸੀਂ ਫਾਈਨੈਂਸ਼ੀਅਲ ਇਨਸਟੇਬਿਲਿਟੀ ਤੋਂ ਸਫ਼ਰ ਕਰ ਰਹੇ ਹਾਂ ਤਾਂ ਕਿਸੇ ਨੂੰ ਆਪਣਾ ਜੀਵਨ ਨਿਰਵਾਹ ਕਰਨ ਦਾ ਇੱਕ ਸੁਖਾਲਾ ਆਈਡੀਆ ਮਿਲ ਸਕੇ ਤੇ ਉਹ ਆਪਣੇ ਜੀਵਨ ਦੀ ਗੁਜ਼ਰ ਬਸਰ ਇੱਕ ਵਧੀਆ ਤਰੀਕੇ ਦੇ ਨਾਲ ਕਰ ਸਕੇ। ਹੁਣ ਦੂਸਰੀ ਸਕਸੈਸ ਸਟੋਰੀ ਦੇ ਵੱਲ ਝਾਤ ਮਾਰੋ। ਇਹ ਸਟੋਰੀ ਹੈ ਲੁਧਿਆਣਾ ਦੀ ਪੁਨੀਤ ਕੌਰ ਦੀ। ਪੁਨੀਤ ਕੌਰ ਨੇ ਸੋਚਿਆ ਕਿ ਉਹਨਾਂ ਨੂੰ ਆਪਣਾ ਕੋਈ ਬਿਜ਼ਨਸ ਕਰਨਾ ਚਾਹੀਦਾ ਹੈ। ਵਿਆਹ ਦੇ ਮਗਰੋਂ ਕਿਉਂਕਿ ਘਰ ਦੀਆਂ ਪਰਿਵਾਰ ਦੀਆਂ ਬਹੁਤ ਸਾਰੀਆਂ ਜ਼ਿੰਮੇਵਾਰੀਆਂ ਸਿਰ ਤੇ ਪੈ ਜਾਂਦੀਆਂ ਨੇ, ਇੰਨਾ ਜ਼ਿਆਦਾ ਪੜ੍ਹ ਲਿਖ ਕੇ ਘਰ ਵੇਲੇ ਬੈਠਣਾ ਮਨਜ਼ੂਰ ਨਹੀਂ ਸੀ। ਇਹਨਾਂ ਨੂੰ ਪਾਕਿਸਤਾਨੀ ਸੂਟ ਪਾਉਣਾ ਬਹੁਤ ਜ਼ਿਆਦਾ ਪਸੰਦ ਸੀ। मैं ये भी देखो पाकिस्तानी पाया हुआ है एंड इट्स ज़ारा अंसारी ब्रांड। तो इस ब्रांड विच भी जिस तरह देखो अलग अलग पैच है सन, सारे नैक दा पैच सी, डिफरेंट 3-4 पैचेस है सन, जिन्होंने जोड़ के असी पूरी शर्ट बनी है। और इस दे विच ना कोई लेंथ की प्रॉब्लम आती है, ना कुछ लेंथ पूरी होती है। और देखने विच लगता है कि इस तरह टोटे हैगे ने सारे। तो कई बारी बई कस्टमर्स इसनू नहीं लाइक करते कि यह साड़ा बनूगा भी कि नहीं बनेगा। सो इट्स नथिंग मैटर, ए सब कुछ अपने होते है, सब कुछ इस दे विच दिता होंदा है।
ਸਾਨੂੰ ਥੋੜੀ ਬਹੁਤ ਐਸਟੈਬਲਿਸ਼ਮੈਂਟ ਸਭ ਐਡ ਕਰਕੇ ਸਾਨੂੰ ਇਸ ਤਰ੍ਹਾਂ ਸਟਿਚਿੰਗ ਦੇਣੀ ਹੁੰਦੀ ਹੈ। ਇਹਨਾਂ ਨੇ ਆਪਣੀ ਇਸ ਰੁਚੀ ਨੂੰ ਬਿਜ਼ਨਸ ਦਾ ਰੂਪ ਦੇ ਦਿੱਤਾ ਤੇ ਜਦੋਂ ਹੀ ਇਸ ਆਈਡੀਆ ਨੇ ਬਿਜ਼ਨਸ ਦਾ ਰੂਪ ਇਖਤਿਆਰ ਕੀਤਾ ਤੇ ਇੰਨੀ ਜ਼ਿਆਦਾ ਮਕਬੂਲੀਅਤ ਵੱਧ ਗਈ ਕਿ BBC ਨੂੰ ਖੁਦ ਇਹਨਾਂ ਦੀ ਸਟੋਰੀ ਕਵਰ ਕਰਨ ਲਈ ਆਉਣਾ ਪਿਆ। ਲੁਧਿਆਣਾ ਵਿਖੇ ਪਾਕਿਸਤਾਨੀ ਅਟਾਇਰ ਨਾਮ ਦੀ ਇੱਕ ਸ਼ਾਪ ਸੈਟਅਪ ਕੀਤੀ ਹੈ ਜਿੱਥੋਂ ਪਾਕਿਸਤਾਨ ਤੋਂ ਬਹੁਤ ਹੀ ਖੂਬਸੂਰਤ ਡਰੈਸਿਸ ਮੰਗਵਾਈਆਂ ਜਾਂਦੀਆਂ ਨੇ। ਇਹਨਾਂ ਡਰੈਸਿਸ ਦੀ ਖਾਸੀਅਤ ਇਹ ਹੈ ਕਿ ਇੱਕ ਪੂਰੇ ਫੁੱਲ ਫਲੈਜ ਫਰੇਮ ਦੇ ਵਿੱਚ ਨਹੀਂ ਆਉਂਦੀਆਂ ਬਲਕਿ ਲੈਸਿਸ, ਬਟਨਸ, ਅਸੈਸਰੀਜ਼ ਤੇ ਕੱਪੜੇ ਉਹ ਅਲੱਗ-ਅਲੱਗ ਤਰੀਕੇ ਦੇ ਨਾਲ ਯਾਨੀ ਕਿ ਲੇਅਰਸ ਦੇ ਵਿੱਚ ਕਟਿੰਗਸ ਦੇ ਵਿੱਚ ਆਉਂਦੇ ਨੇ ਤੇ ਖਾਸ ਤਰੀਕੇ ਦੇ ਨਾਲ ਉਹਨਾਂ ਨੂੰ ਸਟਿਚ ਜਦੋਂ ਕੀਤਾ ਜਾਂਦਾ ਹੈ ਤਾਂ ਉਹ ਇੱਕ ਬਹੁਤ ਹੀ ਖੂਬਸੂਰਤ ਡਰੈਸ ਦਾ ਰੂਪ ਇਖਤਿਆਰ ਕਰ ਲੈਂਦਾ ਹੈ। अब फ्रंट पीस हो गया, ये फ्रंट के ऊपर ये पैच लग गई, कढ़ाई से लग के ना ये पूरी फ्रंट तैयार होगी। सारे पीस से आउटिंग होके ना कटिंग हो करके तब ये फ्रंट तैयार होगी। ਤੇ ਆਮਦਨ ਲਗਾਤਾਰ ਵਧਣ ਕਰਕੇ ਤੇ ਮਕਬੂਲੀਅਤ ਵਧਣ ਕਰਕੇ ਇਹਨਾਂ ਨੂੰ ਫਰੈਂਚਾਈਜ਼ੀ ਦੀਆਂ ਆਫਰਸ ਜਿਹੜੀਆਂ ਨੇ ਉਹ ਆਉਣੀਆਂ ਸ਼ੁਰੂ ਹੋ ਗਈਆਂ ਨੇ। ਇਸ ਸਕਸੈਸ ਸਟੋਰੀ ਨੂੰ ਤੁਸੀਂ ਖੁਦ ਸੁਣ ਲਵੋ ਪੁਨੀਤ ਦੀ ਜ਼ਬਾਨੀ। ਤੁਸੀਂ ਕਦੋਂ ਸੋਚਿਆ? ਵੈਸੇ ਤਾਂ 6-7 ਸਾਲ ਹੋ ਗਏ ਤੁਸੀਂ ਚੱਲ ਰਹੇ ਹੋ, ਬੜਾ ਹੀ ਆਮ ਜਿਹਾ ਕੁਐਸਚਨ ਹੈ ਵੀ ਤੁਹਾਡੇ ਅੰਦਰ ਇਹ ਫੁਰਨਾ ਕਿਵੇਂ ਫੁਰਿਆ। ਤੇ ਇਹ ਵੀ ਬੜੀ ਸਿੰਪਲ ਜੀ ਗੱਲ ਹੈ ਕਿ ਜਦੋਂ ਇੱਕ ਫੀਮੇਲ ਹੈ ਉਹ ਪੋਸਟ ਪ੍ਰੈਗਨੈਂਸੀ ਸਟ੍ਰੈਸ ਵਿੱਚੋਂ ਗੁਜ਼ਰਦੀ ਹੈ ਜਾਂ ਕਿਉਂਕਿ ਅਸੀਂ ਇੰਨਾ ਪੜ੍ਹ ਲਿਖ ਵੀ ਜਾਂਦੇ ਹਾਂ, ਸਾਨੂੰ ਲੱਗਦਾ ਹੈ ਵੀ ਇਹ ਹੁਣ ਅਸਲੀ ਵਕਤ ਹੈ, ਸਾਨੂੰ ਕੁਛ ਕਰਨਾ ਚਾਹੀਦਾ ਹੈ, ਘਰ ਦੇ ਚੁੱਲ੍ਹੇ ਚੌਂਕੇ 'ਚੋਂ ਬਾਹਰ ਨਿਕਲ ਕੇ ਕੁਛ ਕੀਤਾ ਜਾਵੇ ਤਾਂ ਜੋ ਤੁਸੀਂ ਆਪਣੀ ਪਾਕਟ ਵਾਸਤੇ ਖੁਦ ਕਮਾ ਸਕੋ। ਹਾਂਜੀ, ਇਹ ਓਪਰਚੁਨਿਟੀ ਮੇਰੇ ਹਸਬੈਂਡ ਨੇ ਮੈਨੂੰ ਦਿੱਤੀ ਸੀ ਜੀ ਤੇ ਉਹਨਾਂ ਨੇ ਹੀ ਮੈਨੂੰ ਇਸ ਸਕੇਲ 'ਤੇ ਅੱਜ ਜੋ ਮੈਂ ਹੈਗੀ ਹਾਂ ਸਿਰਫ ਉਹਨਾਂ ਦੇ ਕਰਕੇ ਹੀ ਹਾਂ। ਉਹਨਾਂ ਨੇ ਮੈਨੂੰ ਬਹੁਤ ਸਪੋਰਟ ਕੀਤਾ ਹੈ ਤੇ ਐਜ਼ ਸਿਰਫ ਇਹ ਪਾਕਟ ਫਰੈਂਡਲੀ ਨਹੀਂ ਬਿਕੋਜ਼ ਉਸਦੇ ਲਈ ਮੈਨੂੰ ਕਿਸੇ ਚੀਜ਼ ਦੀ ਲੋੜ ਨਹੀਂ ਸੀ ਕਿ ਮੈਂ ਜਾ ਕੇ ਬਾਹਰ ਕੰਮ ਕਰਾਂ। ਪਾਕਟ ਫਰੈਂਡਲੀ ਤੇ ਪਾਕਟ ਦੀ ਖਰਚੀ ਵਰਚੀ ਦੇ ਕਾਰਨ ਮੈਂ ਇਹ ਸਟਾਰਟ ਨਹੀਂ ਕੀਤਾ ਸੀ, ਐਜ਼ ਮੈਂ ਸ਼ੌਂਕੀਆ ਹੀ ਸਟਾਰਟ ਕੀਤਾ ਸੀ। ਤੇ ਇਸ ਚੀਜ਼ ਨੂੰ ਦੇਖਦਿਆਂ ਕਰਦਿਆਂ ਮੈਂ ਸਿਰਫ ਇੱਕ ਬਹੁਤ ਛੋਟੇ ਸਕੇਲ ਤੋਂ ਘਰ ਤੋਂ ਹੀ ਸ਼ੁਰੂ ਕੀਤਾ ਹੈ ਤੇ ਅੱਜ ਇਹ ਇੰਨੀ ਲੈਵਿਸ਼ਲੀ ਮੈਂ ਇਸ ਨੂੰ ਕਰਦੀ ਹਾਂ ਤੇ ਇਟਸ ਮਾਈ ਹੁਣ ਇਹ ਮੇਰਾ ਇੱਕ ਐਸੈਟ ਬਣ ਚੁੱਕਿਆ ਹੈ, ਇੱਕ ਡ੍ਰੀਮ ਬਣ ਚੁੱਕਿਆ ਹੈ ਕਿ ਇਸ ਨੂੰ ਇੱਕ ਹੋਰ ਵੱਡੇ ਲੈਵਲ ਤੇ ਲੈ ਕੇ ਜਾਇਆ ਜਾ ਸਕੇ। ਇੱਕ ਹੋਰ ਵੱਡੇ ਲੈਵਲ ਤੇ ਲੈ ਕੇ ਜਾਇਆ ਜਾ ਸਕਦਾ ਹੈ ਜੀ। ਪਾਕਿਸਤਾਨੀ ਸੂਟਸ ਨੂੰ ਲੈ ਕੇ ਆਮ ਆਵਾਮ ਦੇ ਵਿੱਚ ਖਾਸ ਕਰਕੇ ਔਰਤਾਂ ਦੇ ਵਿੱਚ ਕਿਸ ਤਰ੍ਹਾਂ ਦੀ ਕਿਉਰਿਓਸਿਟੀ ਹੈ? ਕਿਉਰਿਓਸਿਟੀ ਇਜ਼ ਟੂ ਮਚ ਔਰ ਜਿਹੜੀਆਂ ਲੇਡੀਜ਼ ਹੈਗੀਆਂ ਨੇ ਲੋਕਾਂ ਦੇ ਅੰਦਰ ਬਹੁਤ ਅੱਛੀ ਕਿਉਰਿਓਸਿਟੀ ਹੈ ਇਸ ਚੀਜ਼ ਦੀ ਕਿ ਦੇਖੋ ਅਸੀਂ ਪਾਕਿਸਤਾਨੀ ਦੁਕਾਨ 'ਤੇ ਜਾਣਾ ਹੈ, ਅਸੀਂ ਦੇਖੀਏ ਜਾ ਕੇ ਉੱਥੇ ਦੇ ਦੁਪੱਟੇ ਬਹੁਤ ਸੋਹਣੇ ਹੁੰਦੇ ਨੇ, ਉਹਨਾਂ ਦੇ ਸੂਟਸ ਬਹੁਤ ਸੋਹਣੇ ਹੁੰਦੇ ਨੇ, ਠੀਕ ਹੈ। ਤੇ ਉਹ ਇੱਧਰ ਆ ਕੇ ਮੈਨੂੰ ਜਿਹੜੀ ਕਲੈਕਸ਼ਨਸ ਮੇਰੇ ਕੋਲ ਹੈਗੀਆਂ ਨੇ ਮੈਂ ਵੱਧ ਤੋਂ ਵੱਧ ਕਲੈਕਸ਼ਨਸ ਕਵਰ ਕਰਦੀ ਹਾਂ ਸਾਰੀ ਤੇ ਮਤਲਬ ਇਸ ਵਿੱਚ ਮਤਲਬ ਕੋਈ ਉਹ ਨਹੀਂ ਹੈਗਾ, ਅਣਗਿਣਤ ਬ੍ਰਾਂਡਸ ਹੈਗੇ ਨੇ, ਅਣਗਿਣਤ ਇਸ ਦੇ ਸਟਾਕ ਹੈਗਾ, ਮਤਲਬ ਤੁਸੀਂ ਇਸ ਨੂੰ ਕੰਪੀਟ ਨਹੀਂ ਕਰ ਸਕਦੇ, ਤੁਸੀਂ ਪੂਰਾ ਨਹੀਂ ਕਰ ਸਕਦੇ ਇਸ ਨੂੰ। ਤੇ ਮਤਲਬ ਉਹਨਾਂ ਦੇ ਅੰਦਰ ਕਿਉਰਿਓਸਿਟੀ ਪਾਕਿਸਤਾਨੀ ਸੂਟਸ ਦੀ ਬਹੁਤ ਵੱਧ ਹੈਗੀ ਹੈ ਔਰ ਬਹੁਤ ਜੋ ਪਾਉਂਦਾ ਹੈ ਉਹ ਇਸੀ ਚੀਜ਼ ਨੂੰ ਲੈ ਕੇ ਹੀ ਅੱਗੇ ਪਾਉਂਦਾ ਰਹਿੰਦਾ ਹੈ, ਉਹ ਕਦੀ ਵੀ ਇਸ ਚੀਜ਼ ਨੂੰ ਚੇਂਜ ਨਹੀਂ ਕਰਦਾ। ਜਿਨ੍ਹਾਂ ਨੂੰ ਪਤਾ ਹੈ ਕਿ ਇਹ ਪਾਕਿਸਤਾਨੀ ਸੂਟ ਹੈ ਔਰ ਮੈਂ ਇਸ ਬ੍ਰਾਂਡ ਦਾ ਪਾਉਣਾ ਹੈ ਤੇ ਉਸਨੇ ਪਾਉਣਾ ਹੀ ਪਾਉਣਾ। ਇਸ ਦੀ ਖਾਸੀਅਤ ਹੀ ਦੇਖੋ ਪੈਚਿਸ ਹੈਗੀਆਂ ਨੇ ਜੀ। ਤੇ ਜਿਹੜੇ ਪਾਕਿਸਤਾਨੀ ਸੂਟਸ ਹੁੰਦੇ ਨੇ ਉਹ ਇਸ ਤਰ੍ਹਾਂ ਪ੍ਰਿੰਟਡ ਸੂਟਸ ਉਧਰੋਂ ਆਣੇ ਅਲਾਉ ਨਹੀਂ ਹੈਗੇ, ਕਸਟਮ ਵਿੱਚ ਉਸ ਨੂੰ ਰੋਕ ਲੈਂਦੇ ਨੇ ਜੀ। ਇਸ ਦਾ ਕੋਈ ਖਾਸ ਕਾਰਨ? ਇਸ ਦਾ ਕਾਰਨ ਅਜੇ ਤੱਕ ਮੈਨੂੰ ਵੀ ਨਹੀਂ ਸਮਝ ਆਈ ਬਿਕੋਜ਼
ਮੈਨੂੰ ਨਹੀਂ ਪਤਾ ਕਿ ਕਿਉਂ ਰੋਕਦੇ ਨੇ ਇਸ ਕਰਕੇ ਕਿਉਂ, ਔਰ ਇਸ ਦੀ ਮਸ਼ਹੂਰੀਅਤ ਇਸ ਤੋਂ ਹੀ ਸ਼ੁਰੂ ਹੋਈ ਆਈ ਥਿੰਕ ਮੈਂ ਸੋਚਦੀ ਹਾਂ ਕਿ ਤਾਂ ਹੀ ਇਸ ਦੇ ਵਿੱਚ ਇੰਨੇ ਪੈਚਸ ਹੁੰਦੇ ਨੇ, ਇਸ ਦੇ ਸਾਈਡ ਲੌਕਸ ਜਿਹੜੇ ਹੁੰਦੇ ਨੇ, ਚੌੜਾਈ ਵਾਸਤੇ ਵੀ ਕੱਪੜਾ ਉਹਨਾਂ ਨੇ ਐਕਸਟਰਾ ਦਿੱਤਾ ਹੁੰਦਾ ਹੈ ਜੀ ਕਿ ਤੁਸੀਂ ਐਕਸਟਰਾ ਕਲੀਆਂ ਪਾ ਕੇ ਐਕਸਟਰਾ ਚੌੜਾਈ ਕੱਪੜਾ ਦੇ ਕੇ ਕਿ ਬਈ ਤੁਸੀਂ ਜਿੰਨੀ ਮਰਜ਼ੀ ਇਸ ਦੀ ਵਿਡਥ ਕਰਵਾ ਸਕਦੇ ਹੋ। ਕਈ ਡਰੈਸਿਸ ਹੁੰਦੇ ਨੇ ਜਿਨ੍ਹਾਂ ਵਿੱਚ ਪੈਚ ਨਹੀਂ ਵੀ ਹੁੰਦੇ, ਓਕੇ ਹਾਂਜੀ ਉਹ ਵਿਚਕਾਰ ਲੱਗੇ ਹੋਏ ਆਉਂਦੇ ਨੇ ਜੀ ਤੇ ਮੈਂ ਇਸੇ ਤਰ੍ਹਾਂ ਹੀ ਤੁਹਾਨੂੰ ਸ਼ੋਅ ਕਰਨਾ ਚਾਹਾਂਗੀ ਇੱਕ, ਜਿਸ ਤਰ੍ਹਾਂ ਇਸ ਵਿੱਚ ਹੈਗਾ ਹੈ ਸਾਡਾ ਜਿਸ ਤਰ੍ਹਾਂ ਦਿਸ ਇਜ਼ ਫਰੰਟ ਸ਼ਰਟ ਜੀ ਠੀਕ ਹੈ ਨਹੀਂ, ਇਹ ਸਾਰਾ ਚਿਕਨਕਾਰੀ ਵਿੱਚ ਹੈ, ਇਟਸ ਅ ਸੈਂਟਰ ਪੈਨਲ ਬਣਿਆ ਹੋਇਆ ਆਇਆ ਹੈ। ਜਿਹੜੀ ਇਸ ਦੀ ਇਹ ਸਾਈਡ ਹੈ ਦੇਖੋ, ਇਹਨਾਂ ਨੇ ਜਿਹੜੇ ਬਾਰਡਰਸ ਹੈਗੇ ਨੇ ਉਹ ਵੀ ਦੇਖੋ ਸਾਈਡ ਤੇ ਇਹਨਾਂ ਨੇ ਸਭ ਕੁਝ ਕਰਕੇ ਸਾਨੂੰ ਨੀਚੇ ਘੇਰੇ ਤੇ ਆਏਗਾ ਜੀ ਚਿਕਨ ਦਾ ਬਾਰਡਰ। ਇਸ ਦਾ ਜਿਹੜਾ ਦੁਪੱਟਾ ਹੈ ਬਿਊਟੀਫੁਲ, ਦੁਪੱਟਾ ਇਜ਼ ਵੈਰੀ ਬਿਊਟੀਫੁਲ, ਇਹ ਫੁੱਲੀ ਐਮਬ੍ਰੋਇਡਰਡ ਦੁਪੱਟਾ ਹੈ ਐਂਡ ਵੇਟਲੈਸ, ਨੋ ਵੇਟ ਐਟ ਆਲ। ਓਕੇ ਤੇ ਹੁਣ ਇੱਥੇ ਦੁਪੱਟੇ ਤੇ ਵੀ ਕੋਈ ਲੇਸ ਦੁਪੱਟੇ ਤੇ ਵੀ ਲੇਸਿਸ ਆਉਂਦੀਆਂ ਨੇ ਵਿੱਚ, ਜਾਂ ਅਸੀਂ ਫਿਨਿਸ਼ਿੰਗ ਕਰਕੇ ਦੇਣੇ ਆ ਜੀ ਠੀਕ ਹੈ। ਜੋ ਇੰਟਰਸਟਿਡ ਹੁੰਦੇ ਨੇ, ਮੇਰੇ ਕੋਲੋਂ ਜੋ ਕਸਟਮਰ ਆਂਦਾ ਹੈ ਉਹ ਸਟਿਚਿੰਗ ਮੇਰੇ ਤੋਂ ਹੀ ਲੈਂਦਾ ਹੈ ਜੀ। ਤੁਸੀਂ ਕੋਈ ਖਾਸ ਕਿਸਮ ਦੇ ਟੇਲਰਸ? ਹਾਂਜੀ ਮੇਰਾ ਟੇਲਰ ਮੇਨ ਪਾਕਿਸਤਾਨੀ ਸੂਟਸ ਦਾ ਹੀ ਹੈ, ਜਿਸ ਨੂੰ ਐਕਸਪੀਰੀਅੰਸ ਹੈਗਾ ਹੈ, ਜਿਸ ਨੂੰ ਮੈਂ ਵੀ ਟ੍ਰੇਨਡ ਕੀਤਾ ਹੈ ਕਿ ਕਿਸ ਤਰ੍ਹਾਂ ਸੂਟ ਨੂੰ ਅਸੀਂ ਰੈਡੀ ਕਰਕੇ ਦੇਣਾ ਹੈ ਜੀ। ਹੁਣ ਇਹ ਦੇਖਿਓ ਜੀ, ਇਹ ਇਸ ਦੀ ਇੱਕ ਨੈਕ ਲਾਈਨ ਹੈ, ਇਹ ਅਲੱਗ ਤੋਂ ਦਿੱਤੀ ਹੋਈ ਹੈ ਐਂਡ ਇਹ ਅਲੱਗ ਤੋਂ ਦਿੱਤੀ ਹੈ ਇਸ ਕਰਕੇ ਇਹ ਕਸਟਮਰ ਦੀ ਵਿਸ਼ ਹੈ ਕਿ ਉਹਨਾਂ ਨੇ ਇਸ ਨੂੰ ਕਰਵਾਉਣਾ ਹੈ ਨਹੀਂ ਕਰਵਾਉਣਾ ਠੀਕ ਹੈ ਜੀ। ਇਹ ਸਾਰੀ ਐਮਬ੍ਰੋਇਡਰੀ ਦੀ ਮਸ਼ੀਨ ਨਾਲ ਪੈਚ ਹੋਏਗਾ, ਫਿਰ ਉਸ ਤੋਂ ਬਾਅਦ ਇਹ ਕਟਿੰਗ ਹੁੰਦੀ ਹੈ ਸਾਰੀ, ਉਸ ਤੋਂ ਬਾਅਦ ਇਸ ਦੇ ਵਿੱਚ ਦੂਜਾ ਪੈਚ ਸਲੀਵਸ ਦਾ, ਥਰਡ ਪੈਚ ਤੁਹਾਡੇ ਨੀਚੇ ਘੇਰੇ ਦਾ, ਫੋਰਥ ਪੈਚ ਤੁਹਾਡੀ ਪੈਂਟਸ ਦਾ ਔਰ ਬੈਕ ਜੀ। ਤੁਸੀਂ ਇਹ ਦੇਖ ਸਕਦੇ ਹੋ ਕਿ ਕਿੰਨੀ ਬਿਊਟੀਫੁਲ ਜਿਹੜੀ ਐਮਬ੍ਰੋਇਡਰੀ ਕੀਤੀ ਹੋਈ ਹੈ, ਬਹੁਤ ਮਹੀਨ ਕਾਰੀਗਰੀ ਕੀਤੀ ਹੋਈ ਹੈ। ਇਹ ਮਸ਼ੀਨ ਨਾਲ ਕੀਤੀ ਜਾਂਦੀ ਹੈ, ਹੱਥ ਨਾਲ? ਮਸ਼ੀਨ ਐਜ਼ ਵੈਲ ਐਜ਼ ਹੈਂਡ ਵਰਕ। ਓਕੇ ਤੇ ਇਹਨਾਂ ਦੇ ਪ੍ਰਾਈਸਿਸ ਕਿੱਥੋਂ ਤੋਂ ਸ਼ੁਰੂ ਹੁੰਦੇ ਆ ਔਰ ਕਿੱਥੇ ਤੱਕ ਜਾਂਦੇ ਆ? ਇਹਨਾਂ ਦੇ ਪ੍ਰਾਈਸਿਸ ਡੀਅਰ ਸ਼ੁਰੂ ਹੁੰਦੇ ਨੇ ਇਟਸ ਅਪ ਟੂ 35 to 65 ਜਿਹੜੇ ਪਾਉਂਦੇ ਇਹੀ ਚੀਜ਼ ਨੇ, ਔਰ ਜਿਨ੍ਹਾਂ ਨੇ ਅਜੇ ਨਹੀਂ ਵੀ ਪਾਇਆ ਹੁੰਦਾ ਉਹਨਾਂ ਨੂੰ ਵੀ, ਲੇਡੀਜ਼ ਨੂੰ ਵੀ ਕ੍ਰੇਜ਼ੀਨੈਸ ਹੈਗੀ ਹੈ। ਖਾਸ ਕਰਕੇ ਤੁਸੀਂ ਉਹਨਾਂ ਫੀਮੇਲਸ ਨੂੰ ਕੀ ਕਹਿਣਾ ਚਾਹੁੰਦੇ ਜਿਹੜੇ ਆਪਣੇ ਸੁਪਨੇ ਜਿਹੜੇ ਉਹ ਸਿਰਫ ਡਾਇਰੀ ਦੇ ਪੰਨਿਆਂ ਤੱਕ ਸੀਮਿਤ ਰੱਖਦੀਆਂ ਨੇ? ਇਹ ਦੇਖੋ ਇੱਕ ਸੁਪਨਾ ਹੈਗਾ ਹੈ, ਹਰ ਕਿਸੇ ਦਾ ਸੁਪਨਾ ਹੈ ਔਰ ਉਹ ਉਸਨੂੰ ਠੀਕ ਹੈ ਪੂਰਾ ਕਰਨ ਵਾਸਤੇ ਵੀ ਬਹੁਤ ਸਾਨੂੰ ਸਟਰਗਲ ਕਰਨਾ ਪੈਂਦਾ ਹੈ ਤੇ ਇਸ ਵਿੱਚ ਇੰਨਾ ਨਹੀਂ ਹੈ। ਦੇਖੋ ਹੁਣ ਮੈਂ ਵੀ ਦੇਖੋ ਕੰਮ ਕਰ ਰਹੀ ਹਾਂ ਤੇ ਮੈਂ ਵੀ ਅਜੇ ਇੱਥੇ ਹੀ ਹਾਂ, ਮੈਨੂੰ ਇੰਨੀ ਮਸ਼ਹੂਰੀ ਦੇਣ ਦੇ ਬਾਵਜੂਦ ਵੀ ਮੈਂ ਇੱਥੇ ਹੀ ਹਾਂ, ਮੈਨੂੰ ਕੋਈ ਹਬੜੀ ਦਬੜੀ ਨਹੀਂ ਹੈਗੀ ਕਿ ਅੱਜ ਮੈਂ ਇੱਧਰ ਕਰਨਾ ਹੈ। ਹਾਂ ਜਦ ਫੈਮਿਲੀ ਦੇਖਦੀ ਹੈ ਕਿ ਯਾਰ ਇੰਨਾ ਵਧੀਆ ਸਾਡੀ ਨੂੰਹ ਕਰ ਰਹੀ ਹੈ ਜਾਂ ਮੇਰੀ ਵਾਈਫ ਇੰਨਾ ਵਧੀਆ ਕਰ ਰਹੀ ਹੈ ਤੇ ਇਸ ਵਿੱਚ ਕੋਈ ਹਰਜ਼ ਨਹੀਂ ਹੈਗਾ ਠੀਕ ਹੈ ਨਾ। ਤੇ ਅਸੀਂ ਇਸ ਬਿਜ਼ਨਸ ਜ਼ਰੂਰੀ ਨਹੀਂ ਕਿ ਤੁਸੀਂ ਬਾਹਰ ਬੈਠ ਕੇ ਹੀ ਕਰੋ, ਤੁਸੀਂ ਆਪਣੇ ਘਰ ਵਿੱਚ ਵੀ ਕਰ ਸਕਦੇ ਹੋ, ਇੱਕ ਕਮਰੇ ਵਿੱਚ ਵੀ ਕਰ ਸਕਦੇ ਹੋ ਤੁਸੀਂ ਜੀ। ਤੇ ਤੁਹਾਡਾ ਸਰਕਲ ਜਿਸ ਤਰ੍ਹਾਂ ਦਾ ਹੈ, ਤੁਹਾਡੇ ਆਸ ਪੜੋਸੀ ਹੋਣਗੇ, ਤੁਸੀਂ ਉਹਨਾਂ ਨੂੰ ਇਨਵਾਈਟ ਕਰ ਸਕਦੇ ਹੋ। ਇਸ ਤਰ੍ਹਾਂ ਤੁਸੀਂ ਆਪਣੇ ਲਾਈਫ ਨੂੰ ਸਟਾਰਟ ਕਰ ਸਕਦੇ ਹੋ। ਬਈ ਮੇਰੀ ਇੱਕ ਓਪੀਨੀਅਨ ਇਹੀ ਹੈ ਲੇਡੀ ਵਾਸਤੇ ਕਿ ਅਗਰ ਜੇ ਉਹ ਕੁਝ ਕਰਨਾ ਚਾਹੁੰਦੀ ਹੈ ਤੇ ਉਹ ਇੱਕ ਕਮਰੇ ਵਿੱਚ ਵੀ ਬੈਠ ਕੇ ਕਰ ਸਕਦੀ ਹੈ, ਆਪਣੇ ਘਰ ਵਿੱਚ ਵੀ ਬੈਠ ਕੇ ਕਰ ਸਕਦੀ ਹੈ ਜੀ। ਬਹੁਤ ਸ਼ੁਕਰੀਆ। ਜਿਸ ਤਰ੍ਹਾਂ ਮੈਂ ਵੀ ਘਰੋਂ ਸ਼ੁਰੂ ਕੀਤਾ ਸੀ ਤੇ ਮੇਰੇ ਹਸਬੈਂਡ ਨੇ ਮੈਨੂੰ ਇੱਕ ਓਪੀਨੀਅਨ ਦਿੱਤਾ ਕਿ ਨਹੀਂ ਤੁਸੀਂ ਹੁਣ ਤੁਸੀਂ ਇਹ ਚੀਜ਼ ਨੂੰ ਬਾਹਰ ਜਾਓ ਕਰੋ, ਤੇ ਮੈਂ ਇਸੀ ਜਗ੍ਹਾ ਤੇ ਹੈਗੀ ਹਾਂ ਇੰਨੇ ਸਾਲਾਂ ਤੋਂ। ਤੇ ਮੈਂ ਵੀ ਆਪਣਾ ਬਹੁਤ ਲਾਈਕਲੀ ਜਿਸ ਤਰ੍ਹਾਂ ਆਪਣਾ ਸ਼ੌਂਕੀਆਂ ਕਰ ਰਹੀ ਹਾਂ, ਔਰ ਸ਼ੌਂਕੀਆਂ ਕਰਦੇ ਕਰਦੇ ਅੱਜ ਮੈਨੂੰ ਦੇਖੋ ਇੰਨੀ ਵਧੀਆ ਰਿਸਪੌਂਸ ਆਉਂਦਾ ਹੈ, ਵਧੀਆ ਆ ਰਿਹਾ ਹੈ, ਲੋਕੀ ਬਹੁਤ ਪਿਆਰ ਕਰਦੇ ਨੇ ਔਰ ਬਹੁਤ ਐਪਰੀਸ਼ੀਏਟ ਕਰਦੇ ਨੇ ਮੈਨੂੰ ਜੀ। ਔਰ ਦੇਖੋ ਕੰਮ ਜਦ ਵੱਧਦਾ ਦਿਖਦਾ ਹੈ ਕਿਸੇ ਨੂੰ, ਜਾਂ ਕਿਸੇ ਨੂੰ ਦਿਖਦਾ ਹੈ ਕਿ ਹਾਂ ਇਟਸ ਬਈ ਅਰਨਿੰਗ ਵੀ ਹੈਗੀ ਹੈ ਤੇ ਬੰਦਾ ਇੱਕ ਸ਼ੌਂਕੀਆ ਵੀ ਕਰ ਰਿਹਾ, ਤੇ ਘਰ ਵਾਲਿਆਂ ਨੂੰ ਕੋਈ ਇਸ ਵਿੱਚ ਉਹ ਨਹੀਂ ਹੁੰਦੀ ਜੀ। ਉਹ ਆਪਣੇ ਉਹ ਖੁਦ ਬਰ ਖੁਦ ਹੀ ਆਪਣੇ ਆਪ ਉਸ ਨੂੰ ਹਾਈਲੀ ਐਪਰੀਸ਼ੀਏਟ ਕਰਦੇ ਨੇ ਔਰ ਸਾਨੂੰ ਹੋਰ ਅੱਗੇ ਸਪੋਰਟ ਕਰਦੇ ਨੇ ਕਿ ਹਾਂਜੀ ਤੁਸੀਂ ਹੋਰ ਅੱਗੇ ਵਧੋ। ਦੋਸਤੋ, ਇਹ ਸਿਰਫ ਬਿਰਜੂ ਜਾਂ ਪੁਨੀਤ ਦੀ ਕਹਾਣੀ ਨਹੀਂ ਹੈ। ਇਸ ਕਿਸਮ ਦੀਆਂ ਕਹਾਣੀਆਂ, ਸਕਸੈਸ ਸਟੋਰੀਜ਼ ਤੁਹਾਡੀਆਂ, ਮੇਰੀਆਂ, ਯਾਨੀ ਕਿ ਆਪਣੇ ਸਭ ਦੀਆਂ ਹੋ ਸਕਦੀਆਂ ਨੇ। ਹਰ ਰੋਜ਼ ਅਸੀਂ ਟੀਵੀ ਚੈਨਲ ਦੇਖਦੇ ਹਾਂ, ਉੱਥੇ ਸਰਕਾਰ ਨੂੰ ਲਾਂਭੇ ਦਿੱਤੇ ਜਾਂਦੇ ਨੇ, ਉੱਥੇ ਰੋਸ ਪ੍ਰਦਰਸ਼ਨ ਕੀਤੇ ਜਾਂਦੇ ਨੇ ਔਰ ਸਾਡੇ ਹੱਥ ਵੱਸ ਕੁਝ ਨਹੀਂ ਪੈਂਦਾ। ਸਰਕਾਰ ਵੀ ਬਹੁਤ ਵਾਰੀ ਸਮਾਲ ਸਕੇਲ ਇੰਡਸਟਰੀ ਦਾ ਕਨਸੈਪਟ ਲੈ ਕੇ ਆਈ ਹੈ, ਪਰ ਇਸ ਤੋਂ ਇਲਾਵਾ ਮੈਂ ਕਹਿੰਦੀ ਹਾਂ ਕਿ ਸਾਨੂੰ ਆਪਣੀ
ਕਲਾ ਨੂੰ ਸਮਝ ਕੇ, ਆਪਣੀ ਰੁਚੀ ਨੂੰ ਸਮਝ ਕੇ ਕਿਉਂ ਨਾ ਇੱਕ ਇਸ ਤਰ੍ਹਾਂ ਦਾ ਆਈਡੀਆ ਡਿਵੈਲਪ ਕਰਨਾ ਚਾਹੀਦਾ ਹੈ ਜੋ ਸਾਨੂੰ ਕਿਸੇ ਵੀ ਤਰੀਕੇ ਦੀ ਮੁਸ਼ੱਕਤ ਤੋਂ ਪਰੇ ਕਰਦਾ ਹੈ। ਸਾਡੀ ਕੰਮ ਦੇ ਵਿੱਚ ਰੁਚੀ ਹੁੰਦੀ ਹੈ, ਅਸੀਂ ਆਪਣੇ ਬਿਜ਼ਨਸ ਦੇ ਓਨਰ ਆਪ ਹੁੰਦੇ ਹਾਂ ਤੇ ਸਾਨੂੰ ਕਮਾਈ ਅੱਛੀ ਖਾਸੀ ਹੁੰਦੀ ਹੈ। ਅਦਰਵਾਈਜ਼ ਸਰਕਾਰਾਂ ਤੋਂ ਮੰਗਿਆ ਸਾਨੂੰ ਕੁਝ ਨਹੀਂ ਮਿਲਣਾ। ਬੱਸਾਂ ਦੇ ਵਿੱਚ ਇਮਤਿਹਾਨ ਦੇਣ ਲਈ ਭੀੜ ਦੇਖੀ ਜਾ ਸਕਦੀ ਹੈ, ਪਰ ਨਤੀਜਾ ਕਿੰਨੇ % ਲੋਕਾਂ ਨੂੰ ਨੌਕਰੀਆਂ ਮਿਲਦੀਆਂ ਨੇ ਸਾਨੂੰ ਸਭ ਨੂੰ ਪਤਾ ਹੈ। ਇਸ ਉਪਰੰਤ ਜਦੋਂ ਨੌਕਰੀ ਵੀ ਮਿਲ ਜਾਂਦੀ ਹੈ ਤਾਂ ਵੀ ਧਰਨੇ, ਰੋਸ ਪ੍ਰਦਰਸ਼ਨ ਜਾਂ ਸਾਡੇ ਹਿੱਸੇ ਆਉਂਦੇ ਨੇ ਲਾਠੀ ਚਾਰਜ। ਸੋ ਇੱਕ ਇਸ ਤਰ੍ਹਾਂ ਦਾ ਡਿਵੈਲਪਮੈਂਟ ਆਈਡੀਆ ਅਸੀਂ ਕਿਉਂ ਨਾ ਕ੍ਰੀਏਟ ਕਰੀਏ। ਪੱਤਰਕਾਰੀ ਦੇ ਪੱਖ ਤੋਂ ਸਾਡਾ ਮਕਸਦ ਸਿਰਫ ਇੰਨਾ ਕੀ ਸੀ, ਤੁਹਾਨੂੰ ਇਸ ਤੋਂ ਜਾਣੂ ਕਰਵਾਉਣਾ ਕਿ ਇਹਨਾਂ ਆਈਡੀਆਜ਼ ਨੂੰ ਯੂਜ਼ ਕਰਕੇ ਤੁਸੀਂ ਵੀ ਆਪਣੀ ਜ਼ਿੰਦਗੀ ਨੂੰ ਗੁਜ਼ਰ ਬਸਰ ਕਰਨ ਲਈ ਇੱਕ ਬਿਹਤਰ ਢੰਗ ਤਰੀਕੇ ਅਪਣਾ ਸਕਦੇ ਹੋ ਤੇ ਆਪਣੀ ਜ਼ਿੰਦਗੀ ਨੂੰ ਖੁਸ਼ਗਵਾਰ ਬਣਾ ਸਕਦੇ ਹੋ। ਉਮੀਦ ਕਰਦੇ ਹਾਂ ਕਿ ਅੱਜ ਦਾ ਪ੍ਰੋਗਰਾਮ ਤੁਸੀਂ ਸਾਰਿਆਂ ਨੇ ਪਸੰਦ ਕੀਤਾ ਹੋਵੇਗਾ। ਮੈਂ ਗੁਰਨੀਤ ਚਾਹੁੰਦੀ ਹਾਂ ਇਜਾਜ਼ਤ। ਤੁਸੀਂ ਜੁੜੇ ਰਹੋ ਦਾ ਅਨਮਿਊਟ ਦੇ ਨਾਲ।